था। गुड मॉर्निंग सर। हसी गाई। गुड मॉर्निंग बच्चे, गुड मॉर्निंग, सत श्री अकाल। ਜਿਹੜੇ स्टूडेंट न्यू ऐड हो रहे हैं जी वो अपने तरफ तो म्यूट लगा के रखन ताकि किसी किस्म की कोई डिस्टर्बेंस ना हो सके। गुड मॉर्निंग सर। गुड मॉर्निंग बच्चे। गुड मॉर्निंग बच्चे, गुड मॉर्निंग सारा, गुड मॉर्निंग, गुड मॉर्निंग टू ऑल। गुड मॉर्निंग सर। गुड मॉर्निंग डियर, गुड मॉर्निंग। केशव जी अपनी साइड तो म्यूट लगाओ। केशव गर्ग। Good morning, sir. गुड मॉर्निंग बच्चे, गुड मॉर्निंग टू ऑल। जसप्रीत कौर जी, हाँ वेरी गुड। तकरीबन बच्चे सारे स्टूडेंट पहुंच चुके हैं अज पूरे टाइम पे। हाँ जी अपनी साइड तो म्यूट ही रखो। प्रदीप कौर बच्चे अपनी साइड तो म्यूट लगा लो जी, मैंने बार बार स्टूडेंट्स को कहना ना पवे। प्रदीप कौर अपनी साइड तो म्यूट लगा लो जी। चलो स्टार्ट करते हैं बच्चे। लास्ट टाइम असी ड्रिफ्ट वेलोसिटी का जो कंसैप्ट है वो कीता सीगा। हाँ जी अगेन एक बार सारिਆਂ ਨੂੰ बच्चे गुड मॉर्निंग। आई होप कि तुसी सारे ठीक ठाक होवोगे। गुड मॉर्निंग सर। गुड मॉर्निंग जी बच्चे, गुड मॉर्निंग। कनम जी ਤੁਹਾਨੂੰ मैं मैसेज करता सीगा भी वेक्टर सम वेलोसिटी ऑफ इलेक्ट्रॉन का जीरो क्यों होता है इन द प्रेजेंस ऑफ इन द एब्सेंस ऑफ इलेक्ट्रिक फील्ड, क्योंकि बच्चे रैंडम मोशन होता है। रैंडम मोशन के नाल की है वेलोसिटीज की डायरेक्शंस की है
एक दूसरे तो ऑपोजिट ਹੁੰਦੀਆਂ ਨੇ ਇਸੇ ਕਰਕੇ ਬੱਚੇ ਕੀ ਹੈ ਜੋ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਦੀ ਵੈਲੋਸਿਟੀ ਹੈ ਉਹ ਜ਼ੀਰੋ ਹੁੰਦੀ ਹੈ ਨਤਾਂਸ਼ ਕਹਿ ਰਿਹਾ ਸਰ ਸਾਊਂਡ ਇਜ਼ ਨਾਟ ਅਵੇਲੇਬਲ is there any problem in sound No, sir. No, sir. ਬੱਚੇ ਤੁਸੀਂ ਨਤਾਂਸ਼ ਤੁਸੀਂ ਥੋੜਾ ਜਿਹਾ ਕਿਤੇ ਆਪਣੀ ਜੋ ਜਗ੍ਹਾ ਗਈ ਉਹ ਚੇਂਜ ਕਰ ਲਓ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇਖੋ ਜਿਹੜੇ ਲੈਕਚਰ ਨੇ ਤੁਹਾਡੇ ਉਹ ਰਿਕਾਰਡਿੰਗ ਨਾਲ ਉਹਦੀ ਹੋ ਰਹੀ ਹੈ ਬਾਅਦ ਦੇ ਵਿੱਚ ਅਗਰ ਕਿਸੇ ਨੂੰ ਲੋੜ ਪਈ ਹਨਾ ਤਾਂ ਮੇਰੇ ਤੋਂ ਲੈਕਚਰ ਲੈ ਸਕਦਾ ਜੀ ਮੈਂ ਉਹਨੂੰ ਲੈਕਚਰ ਕੀ ਸੈਂਡ ਕਰ ਦੂੰਗਾ ਚਲੋ ਵਿਦਆਊਟ ਵੇਸਟਿੰਗ ਐਨੀ ਟਾਈਮ we will start our next topic that is Ohm's law. Ohm's law ਇਹ ਮੇਨ ਜੜ ਹੈ ਜੀ ਇਲੈਕਟ੍ਰਿਸਿਟੀ ਚੈਪਟਰ ਦੀ ਠੀਕ ਹੈ ਜੀ ਤਾਂ ਮੈਂ ਹੁਣ ਸਟੂਡੈਂਟਸ ਨੂੰ ਰਿਕੁਐਸਟ ਕਰੂੰਗਾ ਕਿ ਕੋਈ ਵੀ ਸਟੂਡੈਂਟ ਲੀਵ ਕਰਕੇ ਨਾ ਜਾਵੇ ਫਿਰ ਬਾਅਦ ਦੇ ਵਿੱਚ ਉਹਨੂੰ ਐਡਮਿਟ ਕਰਨ ਦੇ ਮੈਨੂੰ ਬਹੁਤ ਟਾਈਮ ਲੱਗਦਾ ਜੀ ਇੱਧਰੋਂ ਮੈਨੂੰ ਬਾਰ-ਬਾਰ ਇੱਧਰ ਵੀ ਨਾਲ ਸਕਰੀਨ ਤੇ ਧਿਆਨ ਰੱਖਣਾ ਪੈਂਦਾ Ohm's law ਦੇ ਵਿੱਚ ਕੀ ਕਹਿੰਦਾ ਹੈ ਦੇਖੋ ਇਹ ਵੀ ਬੱਚੇ ਬੇਸਡ ਹੈ ਇੱਕ ਕਾਜ਼ ਹੁੰਦਾ ਹੈ ਇੱਕ ਇਫੈਕਟ ਹੁੰਦਾ ਹੈ ਲਾਸਟ ਟਾਈਮ ਵੀ ਤੁਹਾਨੂੰ ਦਿਖਾਇਆ ਸਮਝਾਇਆ ਸੀ ਮੈਂ ਕਿ ਬੱਚੇ ਬਿਨਾਂ ਕਾਰਨ ਤੋਂ ਕੋਈ ਵੀ ਚੀਜ਼ ਕਦੇ ਵੀ ਨਹੀਂ ਹੁੰਦੀ ਤਾਂ ਆਪਾਂ ਗੱਲ ਕਰ ਰਹੇ ਹਾਂ ਬੱਚੇ ਕਰੰਟ ਦੀ ਕਰੰਟ ਇੱਕ ਇਫੈਕਟ ਹੈ ਕਰੰਟ ਕੀ ਇਫੈਕਟ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈਗਾ ਜੀ ਪੋਟੈਂਸ਼ੀਅਲ ਡਿਫਰੈਂਸ ਉਹਦਾ ਕਾਰਨ ਹੈਗਾ ਪੋਟੈਂਸ਼ੀਅਲ ਡਿਫਰੈਂਸ ਜਦੋਂ ਵੀ ਅਸੀਂ ਕਿਸੇ ਕੰਡਕਟਰ ਦੇ ਅਕ੍ਰੋਸ ਇੱਕ ਪੋਟੈਂਸ਼ੀਅਲ ਡਿਫਰੈਂਸ ਸੈੱਟ ਕਰ ਦਿੰਦੇ ਆ ਬੱਚੇ ਤਾਂ ਉਹਦੇ ਨਾਲ ਕਰੰਟ ਫਲੋ ਹੋਣਾ ਸਟਾਰਟ ਹੋ ਜਾਂਦਾ ਹੈ that means ਅਸੀਂ ਕਹਿ ਸਕਦੇ ਹਾਂ ਜਿਹੜਾ ਕਰੰਟ ਹੈ is directly proportional to potential difference ਜਿਵੇਂ ਜਿਵੇਂ ਬੱਚੇ ਤੁਸੀਂ ਪੋਟੈਂਸ਼ੀਅਲ ਡਿਫਰੈਂਸ ਇਨਕਰੀਜ਼ ਕਰਦੇ ਜਾਓਗੇ ਉਵੇਂ ਉਵੇਂ ਕਰੰਟ ਕੀ ਹੋਏਗਾ ਇਨਕਰੀਜ਼ ਹੁੰਦਾ ਜਾਏਗਾ ਮਤਲਬ ਦੇਖੋ ਪੋਟੈਂਸ਼ੀਅਲ ਦਾ ਮਤਲਬ ਕੀ ਤੁਹਾਨੂੰ ਮੈਂ ਦੱਸਿਆ ਸੀ ਦੇਖੋ ਆਪਾਂ ਕਹਿੰਦੇ ਵੀ ਉਸ ਪਰਸਨ ਕੋਲੇ ਬਹੁਤ ਪੋਟੈਂਸ਼ੀਅਲ ਹੈ ਮਤਲਬ ਉਹਦੇ ਕੋਲੇ ਬਹੁਤ એનર્ਜੀ ਹੈ ਜਿੰਨਾ ਜ਼ਿਆਦਾ ਬੱਚੇ ਕਿਸੇ ਕੋਲੇ ਪੋਟੈਂਸ਼ੀਅਲ ਹੋਏਗਾ that means ਉਹਦੇ ਕੋਲੇ ਉਨੀ ਜ਼ਿਆਦਾ એનર્ਜੀ ਹੋਏਗੀ ਉਹ એનર્ਜੀ ਕੀ ਕੰਮ ਕਰਦੀ ਹੈ ਉਹ ਵਰਕ ਕਰਦੀ ਹੈ ਕਾਦੇ ਲਈ ਚਾਰजेस ਨੂੰ ਮੂਵ ਕਰਾਉਣ ਦੇ ਲਈ ਉਹ ਜਿੰਨੀ એનર્ਜੀ ਉਹਦੇ ਕੋਲੇ ਜ਼ਿਆਦਾ ਹੋਏਗੀ that means ਉਹ ਉਨਾ ਜ਼ਿਆਦਾ ਵਰਕ ਕਰ ਸਕੇਗਾ ਉਨੇ ਜ਼ਿਆਦਾ ਚਾਰजेस ਨੂੰ ਕੀ ਹੈ ਇੱਕ ਟਰਮੀਨਲ ਤੋਂ ਦੂਸਰੇ ਟਰਮੀਨਲ ਤੱਕ ਮੂਵ ਕਰਾ ਸਕੇਗਾ ਠੀਕ ਹੈ ਜੀ ਤਾਂ ਕਰੰਟ ਹੈ ਜਿਹੜਾ ਬੱਚੇ ਉਹ ਇਫੈਕਟ ਹੈ ਕਿਹਦਾ ਪੋਟੈਂਸ਼ੀਅਲ ਡਿਫਰੈਂਸ ਦਾ ਜਦੋਂ ਵੀ ਤੁਹਾਡੇ ਕੋਲੇ ਕੋਈ ਵੀ ਕੰਡਕਟਰ ਹੈ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਅਗਰ ਸਾਡੇ ਕੋਲੇ ਇੱਕ ਕੰਡਕਟਰ ਹੈ ਇਸ ਕੰਡਕਟਰ ਦੇ ਵਿੱਚ ਸਾਨੂੰ ਪਤਾ ਬੱਚੇ ਫ੍ਰੀ ਇਲੈਕਟ੍ਰੋਨਸ ਦਾ ਪ੍ਰੈਜ਼ੈਂਟ ਹੁੰਦੇ ਹੈ we all know ਕੰਡਕਟਰ ਦੇ ਵਿੱਚ ਕੀ ਹੁੰਦੇ ਨੇ ਫ੍ਰੀ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਨੇ ਬਟ ਬੱਚੇ ਇਨ੍ਹਾਂ ਇਲੈਕਟ੍ਰੋਨਸ ਦਾ ਇੱਕ ਪਾਰਟਿਕੂਲਰ ਮੋਸ਼ਨ ਉਦੋਂ ਹੀ ਸਟਾਰਟ ਹੁੰਦਾ ਜਦੋਂ ਤੁਸੀਂ ਇੱਕ ਬੈਟਰੀ ਜਾਂ ਸੈੱਲ ਲਗਾਉਂਦੇ ਤਾਂ ਜਦੋਂ ਅਸੀਂ ਬੱਚੇ ਬੈਟਰੀ ਜਾਂ ਸੈੱਲ ਲਗਾ ਦਿੰਦੇ ਆ ਤਾਂ ਕੀ ਹੈ ਇਸ ਕੰਡਕਟਰ ਦੇ ਜਿਹੜੇ ਐਂਡਸ ਨੇ ਉਹਨਾਂ ਦੇ ਅਕ੍ਰੋਸ ਇੱਕ ਕੀ ਹੈ ਪੋਟੈਂਸ਼ੀਅਲ ਡਿਫਰੈਂਸ ਬਣ ਜਾਂਦਾ ਮੈਂ ਤੁਹਾਨੂੰ ਦੱਸਿਆ ਸੀ ਇਸ ਸਾਈਡ ਪੋਜ਼ਿਟਿਵ ਬਣ ਜਾਂਦਾ ਹੈ ਇਸ ਸਾਈਡ ਨੈਗੇਟਿਵ ਤੇ ਪੋਜ਼ਿਟਿਵ ਨੂੰ ਅਸੀਂ ਕੀ ਬੋਲਦੇ ਆ ਹਾਈ ਪੋਟੈਂਸ਼ੀਅਲ ਤੇ ਨੈਗੇਟਿਵ ਨੂੰ ਅਸੀਂ ਬੋਲਦੇ ਆ ਲੋ ਪੋਟੈਂਸ਼ੀਅਲ ਠੀਕ ਹੈ ਜੀ ਜਿੰਨਾ ਚਿਰ ਤੁਸੀਂ ਆ ਸੈੱਲ ਜਾਂ ਬੈਟਰੀ ਨਹੀਂ ਲਗਾਉਂਦੇ ਉਹਨਾਂ ਚਿਰ ਕਰੰਟ ਫਲੋ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਠੀਕ ਹੈ ਹੁਣ ਇਹਦੀ ਪੋਟੈਂਸ਼ੀਅਲ ਵਧਾਉਣ ਦਾ ਮਤਲਬ ਕੀ ਹੈ ਕਿ ਵੱਡੀ ਬੈਟਰੀ ਲਗਾ ਦਿਓ ਜਿਹਦੇ ਕੋਲ ਜ਼ਿਆਦਾ એનર્ਜੀ ਹੈ ਜਿੰਨੀ ਜ਼ਿਆਦਾ એનર્ਜੀ ਜਿੰਨਾ ਜ਼ਿਆਦਾ ਪੋਟੈਂਸ਼ੀਅਲ ਉਹਨਾਂ ਕੀ ਹੈ ਜ਼ਿਆਦਾ ਤਰੀਕੇ ਦੇ ਨਾਲ ਕਰੰਟ ਫਲੋ ਕਰੇਗਾ ਬੱਚੇ ਮੈਂ ਤਾਂ ਬਹੁਤ ਲਾਊਡਲੀ ਬੋਲ ਰਿਹਾ ਜੀ ਮੇਰਾ ਗਲਾ ਦੁਖਣ ਲੱਗ ਜਾਂਦਾ ਬੱਚੇ ਸਾਰਿਆਂ ਨੂੰ ਆਵਾਜ਼ ਸਹੀ ਆ ਰਹੀ ਹੈ Yes, sir. ਕੇਸ਼ਵ ਜੀ ਤੁਸੀਂ ਥੋੜੀ ਜਿਹੀ ਆਪਣੀ ਜਗ੍ਹਾ ਚੇਂਜ ਹਾਂ ਕੇਸ਼ਵ ਜੀ ਤੁਸੀਂ ਆਪਣੀ ਜਗ੍ਹਾ ਚੇਂਜ ਕਰੋ ਜਾਂ ਆਪਣੇ ਫੋਨ ਦਾ ਜਿਹੜਾ ਵੋਲਿਊਮ ਇਨਕਰੀਜ਼ ਕਰੋ ਜੇ ਮੈਂ ਤੁਹਾਨੂੰ ਰਿਕਾਰਡਿੰਗ ਭੇਜੂਗਾ ਤੁਸੀਂ ਦੇਖੋਗੇ ਮੈਂ ਬਹੁਤ ਲਾਊਡ ਮੈਂ ਤਾਂ ਜਿਵੇਂ ਕਲਾਸ 'ਚ ਬੋਲਦਾ ਨਾ ਬੱਚੇ ਲਾਈਵ ਨਾਲੇ ਦੇਖੋ ਇੱਥੇ ਕੋਈ ਮਤਲਬ ਸਟੂਡੈਂਟ ਨਹੀਂ ਹੈਗਾ ਤੁਸੀਂ ਇੱਥੇ ਬੈਠੇ ਹੋ ਮੇਰਾ ਫਿਰ ਵੀ ਬੋਲਣ ਦਾ ਵੇ ਉਹੀ ਰਹਿੰਦਾ ਹੈਗਾ ਇਹ ਨਹੀਂ ਹੈਗਾ ਕਿ ਮੈਂ ਸਲੋ ਬੋਲ ਰਿਹਾ ਕੁਝ ਚਲੋ ਜੀ ਤਾਂ ਬੱਚੇ ਇਹਨੂੰ ਅਸੀਂ ਏਦਾਂ ਵੀ ਲਿਖ ਸਕਦੇ ਹਾਂ ਕਿ V is directly proportional to I ਤੇ ਇਸ directly proportional ਦੇ ਸਾਈਡ ਨੂੰ ਹਟਾ ਕੇ ਇੱਕ ਇੱਥੇ ਬੱਚੇ constant ਲੱਗਦਾ ਹੈ that constant is known as resistance ठीक है जी this is called Ohm's law ਜਿਹਦਾ ਫਾਰਮੂਲਾ ਕੀ ਹੋਗਾ V is equal to IR resistance ਕੀ ਹੁੰਦਾ ਹੈ ਇਹਦੇ ਬਾਰੇ ਵੀ ਮੈਂ ਗੱਲ ਕਰੂੰਗਾ ਠੀਕ ਹੈ ਦੇਖੋ ਕੱਲਾ ਕੱਲਾ ਟੌਪਿਕ ਆਪਾਂ ਰਿਵੀਜ਼ਨ ਕਰਦੇ ਆਂ ਹਨਾ ਕੋਈ ਇਹ ਨਹੀਂ ਵੀ ਰਿਵੀਜ਼ਨ ਦੇ ਵਿੱਚ ਆਪਾਂ ਫਟਾਫਟ ਮਤਲਬ ਕੰਮ ਕਰੀ ਜਾਂਦੇ ਮੈਂ ਤੁਹਾਨੂੰ ਦੇਖੋ ਫਿਰ ਵੀ ਉਹ ਰਿਵੀਜ਼ਨ ਵੀ ਜਿਹੜੀ ਕੀ ਹੈ ਮੈਂ ਤੁਹਾਨੂੰ ਉਹਨਾਂ ਹੀ ਟਾਈਮ ਲਗਾ ਕੇ ਕਰਾ ਰਿਹਾ ਮੈਨੂੰ ਇਹ ਹੈ ਵੀ ਅਸੀਂ ਅੱਛੇ ਤਰੀਕੇ ਨਾਲ ਸਿੱਖ ਸਕੀਏ ਠੀਕ ਹੈ ਜੀ ਤਾਂ ਇਹ ਫਾਰਮੂਲਾ ਤੁਸੀਂ ਧਿਆਨ 'ਚ ਰੱਖਣਾ ਅੱਛਾ ਇਹਦਾ ਫਿਰ ਅਸੀਂ ਗ੍ਰਾਫ ਪਲਾਟ ਕਰਦੇ ਹਾਂ
ग्राफ प्लॉट करने लिए साडे कोल की चाहिए ने, दो एक्सिस चाहिए ने। फॉर एग्जांपल एक एक्सिस इस साइड है, एक ए वाली एक्सिस होगी, दो एक्सिस, ठीक है जी। जेडी अलोंग वाई एक्सिस है, सपोज ए रिप्रेजेंट करती है पोटेंशियल, एक्स एक्सिस वाली रिप्रेजेंट करती है करंट। तो बच्चे असी की क्या, देखो जेड़ा v है वो डायरेक्टली प्रोपोर्शनल टू i, मतलब दोनों की पावर की है 1 है। बच्चे जो भी डायरेक्टली प्रोपोर्शनल का रिलेशन होवे ना, ते पावर्स दोनों की 1 1 होण, मतलब सेम पावर्स होण। ਇਹਦਾ मतलब ये है जो तुसी एक क्वांटिटी ਨੂੰ इंक्रीज करोगे तो दूसरी क्वांटिटी की है साइमल्टेनियसली की हो रही है, इंक्रीज हो रही है। ਤੇ 9th क्लास ਦੇ ਵਿੱਚ ਹੀ ਅਸੀਂ ਗ੍ਰਾਫ ਬਣਾਉਣੇ ਸਿੱਖ ਲੈਣੇ ਆ, ਹਨਾ। ਤਾਂ that means ਇਹਦਾ ਵਿੱਚ ਜਿਹੜਾ ਗ੍ਰਾਫ ਬਣੇਗਾ ਉਹ ਗ੍ਰਾਫ ਕਿਦਾਂ ਦਾ ਹੋਏਗਾ, that graph should be a straight line। यादविंदर जी प्लीज अपनी साइड तो म्यूट लगाओ, कोई डिस्टरबेंस नहीं चाहिए मैनू। यादविंदर एंड हरमन, अगर बच्चे कोई भी स्टूडेंट की साइड तो अगर मेरे साइड कोई डिस्टरबेंस होती है तो मैं उसको की रिमूव करूंगा जी। हाँ जी हरमन जी, एनी प्रॉब्लम? हरमन ने ऐसा हैंड रेज किया है कि उन्होंने पता नहीं लग्या। बच्चे अपनी साइड तो म्यूट लगा लो, अगर तुहानू कोई प्रॉब्लम है देन यू आस्क मी। बच्चे जिन्होंने साउंड की प्रॉब्लम आ रही है वो बच्चे की दोबारा तो ज्वाइन कर सकते हैं, जिवें मनजिंदर जीत है, ठीक है जी, तुसी दोबारा तो ज्वाइन कर लो, मैं दोबारा तुहानू की है एडमिट कर लूंगा। अदरवाइज तुसी बाद दे विच बच्चे मेरे तो रिकॉर्डिंग भी ले लियो, कोई दिक्कत नहीं हैगी। थोड़ा बहुत कई बार क्योंकि जे तो प्रॉब्लम होंदी फिर तो सारिਆਂ ਨੂੰ होंदी है ना, एक अद्धे स्टूडेंट ਨੂੰ आ रही है ਇਹਦਾ मतलब उस स्टूडेंट ਦੀ साइड तो ही की है नेटवर्क की प्रॉब्लम है। हाँ जी, तो बच्चे ग्राफ शुड भी की होगा स्ट्रेट लाइन। तो बच्चे हुण मैं कोई किसी का मैसेज नहीं पढ़ूंगा, बाद दे विच पढ़ूंगा, ठीक है, फिर इस तरीके नाल अपना जिहड़ा की काम नहीं कंप्लीट होना। तो बच्चे देखो जिहड़ा की है इस एक्स एक्सिस दे नाल, किहनू एक्स एक्सिस बोलना मैं, दिस इज अ एक्स एक्सिस मतलब करंट वाली एक्सिस, ਤੇ ਜਿਹੜੀ ਇਹ ਵਾਲੀ ਐਕਸਿਸ ਹੈ ਇਹ ਸਾਡੀ ਕਿਹੜੀ ਹੁੰਦੀ ਹੈ y ਐਕਸਿਸ, मतलब ਜਿਹਨੂੰ ਅਸੀਂ ਪੋਟੈਂਸ਼ੀਅਲ ਮੰਨਦੇ ਹਾਂ। ਤਾਂ ਬੱਚੇ ਇਸ ਦੇ ਨਾਲ ਕੀ ਇੱਕ ਐਂਗਲ ਬਣ ਰਿਹਾ, that angle is known as theta। ਤੇ ਇੱਕ ਤੁਸੀਂ ਸਲੋਪ ਦਾ ਕਨਸੈਪਟ ਪੜ੍ਹਦੇ ਹੁੰਦੇ ਸੀ, ਸਲੋਪ। ਮੈਨੂੰ ਕੋਈ ਵੀ ਸਟੂਡੈਂਟ ਦੱਸ ਸਕਦਾ what is the meaning of slope? Tan theta। very good, that is a tan theta। मतलब जो inclined ਤੁਹਾਨੂੰ ਆ ਲਾਈਨ ਦਿਖ ਰਹੀ ਹੈ ਨਾ, ਸਟ੍ਰੇਟ ਲਾਈਨ, ਇੱਥੋਂ ਅਸੀਂ ਕੀ ਕਰਾਂਗੇ ਬੱਚੇ, ਇੱਕ ਟ੍ਰਾਇੰਗਲ ਬਣਾ ਲਾਂਗੇ, ਰਾਈਟ ਐਂਗਲ ਟ੍ਰਾਇੰਗਲ, ठीक है जी। ਤਾਂ ਇਹਦੇ ਵਿੱਚ ਬੱਚੇ ਜਿਹੜਾ tan थीटा ਹੁੰਦਾ ਹੈ ਇਹਦਾ ਮੈਂ ਕੋਈ ਨਾਮ ਰੱਖ ਲੈਣਾ OAB। ਤਾਂ tan थीटा ਬੱਚੇ ਸਾਰਿਆਂ ਨੂੰ ਪਤਾ that is equal to perpendicular upon base, and in this triangle AOB perpendicular कौन है बच्चे, that is AB है, and जो base है that is OB। and what is the value of AB? इस AB ਦੀ वैल्यू कितनी है, देखो AB ਦੇ along ਕਿਹੜੀ एक्सिस है, वोल्टेज वाली, मतलब ਇਹਦੀ वैल्यू है V। and what is the value of OB, that is I, that means V upon I। ohms law बच्चे से पढ़िया सीगा, V is equal to IR। यादविंदर this is your last warning, if you create any problem then I remove you, then R is equal to V upon I। ਤੁਹਾਨੂੰ ਦੱਸਿਆ ਮੇਰੀ ਕੱਲੇ ਕੱਲੇ ਸਟੂਡੈਂਟ ਤੇ ਨਿਗਾਹ ਰਹਿੰਦੀ ਹੈ, ਮੇਰੇ ਕੋਲ ਇੱਥੇ ਸਾਰਿਆਂ ਦਾ मतलब ਜਿਹੜਾ ਨੇਮਿੰਗ ਦਾ ਜਿਹੜਾ ਚਾਰਟ ਆ ਖੁੱਲਿਆ ਹੋਇਆ ਹੈ, ਕੌਣ ਕੀ ਬੋਲ ਰਿਹਾ ਕੌਣ ਨਹੀਂ ਬੋਲ ਰਿਹਾ, ਸਾਰਿਆਂ ਦੀ ਇਨਫੋਰਮੇਸ਼ਨ ਮੇਰੇ ਕੋਲ ਇੱਥੇ ਰਹਿੰਦੀ ਹੈ। क्योंकि मैं मोबाइल से नहीं पढ़ा रहा, मेरे को लैपटॉप है, लैपटॉप से जो स्टूडेंट यूज कर रहे हैं उन्होंने पता होगा हर एक का जो की है एक्टिविटी है वो की है अपन नजर आती है। तो बच्चे देखो R इज इक्वल टू की V अपॉन I, दैट मींस मैं V अपॉन I नु की लिख सकता, दैट इज R। दिस इज वेरी वेरी इंपॉर्टेंट क्वेश्चन। सानू क्वेश्चन की पूछा जा सकता है, क्वेश्चन सानू पूछा जा सकता है कि जो बच्चे स्लोप है, स्लोप ऑफ VI graph, that means potential voltage graph represent की represent कर दी है, तो आंसर की आएगा बच्चे रेजिस्टेंस। इन्हों दिमाग दे विच बिठा लो, देखो रट्टा नहीं लगाना है। ਜਦੋਂ ਤੁਹਾਡੇ ਕੋਲੇ ਕੋਈ ਗ੍ਰਾਫ ਹੋਵੇ, ਗ੍ਰਾਫ ਤੋਂ ਤੁਸੀਂ ਸਲੋਪ ਕੈਲਕੂਲੇਟ ਕਰ ਸਕਦੇ ਹੋ, ਠੀਕ ਹੈ। ਸਲੋਪ ਕੈਲਕੂਲੇਟ ਕਰਨ ਦਾ ਤਰੀਕਾ ਕੀ ਹੁੰਦਾ, tan ਥੀਟਾ। ਦੇਖੋ ਮੈਂ ਸਿਰਫ tan ਥੀਟਾ ਲਾਇਆ ਹੈ, ਤੁਹਾਨੂੰ ਪਰਪੈਂਡੀਕੂਲਰ ਅਪੋਨ ਬੇਸ ਤਾਂ ਲਗਾਉਣਾ ਪੈਂਦਾ ਨਾ, ਤਾਂ ਪਰਪੈਂਡੀਕੂਲਰ ਤੇ ਕੀ ਹੈ B ਹੈ ਤੇ ਬੇਸ ਤੇ ਕੀ ਹੈ, that is I, that means ਕੀ ਆ ਗਿਆ, ਰੈਜ਼ਿਸਟੈਂਸ ਆ ਗਿਆ R। ਓਕੇ, ਇਸ ਤੋਂ ਬਾਅਦ ਬੱਚੇ
दो तरह दी डिवाइसेस एग्जिस्ट करदियां ने इलैक्ट्रॉनिक्स दे विच। एक तो बच्चे होंदे ने ओमिक डिवाइसेस, ओमिक डिवाइसेस, एक बच्चे होंदे ने नॉन ओमिक डिवाइसेस। Non-ohmic devices. बच्चे ohmic devices are those devices which obey Ohm's law. ਉਹ ਵਾਲੀਆਂ devices बच्चे ਜਿਹੜੀਆਂ obey ਕਰਦੀਆਂ ਨੇ Ohm's law ਨੂੰ, Ohm's law ਨੂੰ जो obey ਕਰਦੀਆਂ ਨੇ। ਹੁਣ ਦੇਖੋ Ohm's law ਨੂੰ obey ਕਰਨ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਦਾ ਜਿਹੜਾ ਗ੍ਰਾਫ ਹੈ VI, ਜਿਹੜਾ ਗ੍ਰਾਫ ਹੈ ਜਿਨ੍ਹਾਂ ਦਾ, वो की होना चाहिए, शुड बी स्ट्रेट लाइन, शुड बी स्ट्रेट लाइन। मतलब उसकी कांस्टेंट स्लोप होनी चाहिए है, कांस्टेंट स्लोप। अगर किसी डिवाइस दे विच तुसी जिवें जिवें वोल्टेज दे रहे हो उहदे नाल नाल करंट वध रहा है ते तुसी उस डिवाइस का ग्राफ अगर प्लॉट करके देखो, कैलकुलेशंस करके, अगर बच्चे वो ग्राफ है इदां दा बन रहा स्ट्रेट लाइन, दैट मीनस वो वाली जिहड़ी डिवाइस है वो ओमिक डिवाइस होएगी। जिहदी एग्जांपल की है, जिवें रेजिस्टेंस हो गया जां तुसी कोई बल्ब वगैरह यूज करते हो, ये सारियां ओमिक डिवाइसेस ने। नॉन ओमिक डिवाइसेस बच्चे तुसी हायर क्लासेस जाके पढ़ोगे, मतलब +2 क्लास दे विच जाके पढ़ोगे। Those devices which do not obey Ohm's law does not obey Ohm's law। मतलब बच्चे जिहड़ी इन्हां दी स्लोप है ना VI ग्राफ दी, वो कांस्टेंट नहीं हुंदी, नॉट कांस्टेंट, नॉट कांस्टेंट। अगर बच्चे वो कांस्टेंट नहीं है दैट मीनस की होएगी वेरिएबल। मतलब जे तुसी इहो जिहियां डिवाइसेस दे ग्राफ बना के देखोगे ना, तो ग्राफ बच्चे तुहानू की है, वो ग्राफ अगर आ V है इधर I है तो ग्राफ कुछ हो सकता मे बी इदां दा हो सकता वो ग्राफ इदां नीचे नूं होवे, इदां दा हो सकता, बट ग्राफ स्ट्रेट लाइन नहीं होएगा। तो इहदी एग्जांपल बच्चे की है, इहदी एग्जांपल होंदी है डायोड्स। हो सकता है कई बच्चे ने सुने ही ना होवे, मोस्टली बच्चे ने सुने नहीं हुंदा है डायोड्स। एक ही है सैमीकंडक्टर डिवाइसेस, जिहड़े तुहाडे मोबाइल फोन्स ने ना, जिहड़ियां असीं घरां दे विच की है जिहड़ियां डिवाइसेस यूज करदे, उन्हां विच मोस्टली डायोड्स लगे हुंदे हैं। डायोड्स हुंदे ने बच्चे ते ट्रांजिस्टर्स हुंदे ने, दोनों ही नेम तुहाडे वास्ते न्यू ने, ठीक है। ये तुसी जदों की है 12th क्लास में जाओगे उदों तुसी इन्हां नूं की उत्थे जाके पढ़ो, ठीक है जी। Is it clear? What is the difference between ohmic devices and non-ohmic devices? Those devices which obey Ohm's law are called ohmic devices. Those devices which does not obey Ohm's law are known as a non-ohmic devices. They graph की होगा ohmic दा should be a straight line and non-ohmic दा की होगा variable slope. The examples तुसी इहदे learn कर लियो। Next ਅਸੀਂ ਬੱਚੇ ਗੱਲ ਕਰਦੇ ਹਾਂ that is resistance। कि what is the resistance? ਇਹ ਹੁੰਦਾ ਕੀ ਹੈ? What is resistance? हाँ जी बिल्कुल बच्चे, नॉन ओमिक ही होंगे ने, कुछ पर्टिकुलर कंडीशन तो बाद ओम्स लॉ ਨੂੰ फॉलो करना स्टार्ट करते हैं। तो बच्चे व्हाट इज द रेजिस्टेंस? रेजिस्टेंस की होंदा है? देखो रेजिस्टेंस का मतलब होंदा बच्चे रुकावट, रुकावट। रुकावट मतलब ऑब्स्टेकल in the flow of charges, in the flow of charges। चार्जेस दे फ्लो करन दे विच जो रुकावटां पैदा हुंदियां ने, that is known as resistance।
मैं तुहानू इहदी एग्जांपल दिंदा, मान लो जिवें आ एक रोड है, ठीक है जी, एक रोड है, इस रोड ते मान लो तुसीं मूव करना है, तुसीं इहदे ते मूव करना चाह रहे हो, ठीक है, इहदे विच असीं की बहुत वड्डे वड्डे की पत्थर रख दिए, रास्ते विच बहुत वड्डे वड्डे की रख दिए, असीं पत्थर रख दिए, स्टोन को, मार्बल ऐदा। ਤਾਂ ਬੱਚੇ ਕੀ ਅਸੀਂ ਆਸਾਨੀ ਦੇ ਨਾਲ ਇਸ ਰੋਡ ਨੂੰ ਕ੍ਰੋਸ ਕਰ ਸਕਦੇ ਹਾਂ? ਆਨਸਰ ਹੈ ਨੋ। दैट मीन ਜਿਹੜੇ ਮਾਰਬਲਸ ਅਸੀਂ ਰਸਤੇ 'ਚ ਰੱਖ ਲਏ, ਇਹਦੇ ਨਾਲ ਸਾਡੇ ਰਸਤੇ ਵਿੱਚ ਕੀ ਪੈਦਾ ਹੋ ਗਈ? ਰੁਕਾਵਟ ਪੈਦਾ ਹੋ ਗਈ। ਹੁਣ ਇਹਦਾ ਜਿਹੜੀ ਇਸ ਐਗਜ਼ਾਮਪਲ ਦਾ ਕਰੰਟ ਨਾਲ ਕੀ ਰਿਲੇਸ਼ਨ ਹੈ? ਦੇਖੋ ਸਾਡੇ ਕੋਲੇ ਬੱਚੇ ਇੱਕ ਵਾਇਰ ਹੋਊਗੀ ਨਾ, ਤਾਂ ਵਾਇਰ ਨੂੰ ਤੁਸੀਂ ਇੱਕ ਰੋਡ ਮੰਨ ਲਓ, ਇੱਕ ਹੀ ਮੰਨ ਲਓ ਰੋਡ, ਤੇ ਉਹਦੇ ਵਿੱਚ ਬੱਚੇ ਕੀ ਹੁੰਦੇ ਨੇ? ਫ੍ਰੀ ਇਲੈਕਟ੍ਰੋਨਸ ਹੁੰਦੇ। ਹੁਣ ਦੇਖੋ ਇਹ ਤਾਂ ਇਲੈਕਟ੍ਰੋਨਸ ਆਪਾਂ ਥੋੜੇ ਜਿਹੇ ਮੈਂਸ਼ਨ ਕਰ ਰਹੇ ਹਾਂ ਨਾ, ਬਟ ਇਲੈਕਟ੍ਰੋਨਸ ਤਾਂ ਬਹੁਤ ਜ਼ਿਆਦਾ ਹੁੰਦੇ ਨੇ, ਫ੍ਰੀ ਇਲੈਕਟ੍ਰੋਨਸ। ਤੇ ਐਕਚੁਅਲ 'ਚ ਕੀ ਹੁੰਦਾ ਬੱਚੇ, ਜਦੋਂ ਇਲੈਕਟ੍ਰੋਨਸ ਕੇ ਮੂਵ ਕਰਦੇ ਆ ਨਾ, ਮੂਵ ਕਰਦੇ ਆ, ਤਾਂ ਇਹਨਾਂ ਵਿੱਚ ਆਪਸ ਦੇ ਵਿੱਚ ਨਾ ਕੋਲਿਜ਼ਨਸ ਹੁੰਦੀਆਂ ਰਹਿੰਦੀਆਂ ਥੋੜੀਆਂ ਬਹੁਤ, ਮਤਲਬ ਇੱਕ ਇਲੈਕਟ੍ਰੋਨ ਦੂਸਰੇ 'ਚ ਜਾ ਕੇ ਟਕਰਾਉਂਦਾ, ਦੂਸਰਾ ਤੀਸਰੇ 'ਚ ਜਾ ਕੇ ਟਕਰਾਉਂਦਾ, ਤੀਸਰਾ ਫਲੋ ਵੀ ਕਰਦੇ ਰਹਿੰਦੇ ਨੇ ਤੇ ਆਪਸ 'ਚ ਟਕਰਾਉਂਦੇ ਰਹਿੰਦੇ ਨੇ, ਜਿਹਦੇ ਕਾਰਨ ਇਹਨਾਂ ਦਾ ਜਿਹੜਾ ਮੋਸ਼ਨ ਆ ਉਹ ਰਿਟਾਰਡ ਹੁੰਦਾ ਰਹਿੰਦਾ। ਮਤਲਬ ਜਦੋਂ ਹੀ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦੇ, ਜਦੋਂ ਹੀ ਐਕਸਲੇਟ ਕਰਦੇ ਆ, ਫਿਰ ਦੀ ਫਿਰ ਡਿਕਰੀਜ਼ ਹੋ ਜਾਂਦਾ ਮੋਸ਼ਨ। ਤਾਂ ਉਸ ਰੁਕਾਵਟ ਦਾ ਨਾਮ ਕੀ ਹੈ? ਰੈਜ਼ਿਸਟੈਂਸ। ਇਹਦਾ ਮਤਲਬ ਕਿਸੇ ਵੀ ਮਟੀਰੀਅਲ ਦੇ ਵਿੱਚ ਰੈਜ਼ਿਸਟੈਂਸ ਹੋਣ ਦਾ ਕਾਰਨ ਕੀ ਹੈ? ਮੇਨ ਕਾਰਨ ਬੱਚੇ ਹੈਗਾ ਕੋਲਿਜ਼ਨਸ। ਜਾਂ ਤਾਂ ਕੋਲਿਜ਼ਨਸ ਹੋ ਸਕਦੀਆਂ ਨੇ, ਜਾਂ ਮਤਲਬ ਉਹਦੇ ਕੋਲੇ ਫ੍ਰੀ ਕੋਈ ਇਲੈਕਟ੍ਰੋਨ ਹੀ ਨਹੀਂ ਹੈਗੇ, ਫ੍ਰੀ ਇਲੈਕਟ੍ਰੋਨ ਹੀ ਨਹੀਂ ਹੈਗੇ, ਠੀਕ ਹੈ ਜੀ। ਜ਼ਿਆਦਾ ਇਲੈਕਟ੍ਰੋਨ ਹੋਣੇ ਵੀ ਕਈ ਵਾਰ ਤੰਗ ਕਰਦੇ ਆ, ਉਨੀਆਂ ਨੰਬਰ ਆਫ ਕੋਲਿਜ਼ਨਸ ਕੀ ਆ ਇਨਕਰੀਜ਼ ਹੋ ਜਾਂਦੇ। ਆਪਾਂ ਜਿਵੇਂ ਜਿਵੇਂ ਅੱਗੇ ਚੱਲੇ ਜਾਵਾਂਗੇ ਤੁਹਾਨੂੰ ਕਲੀਅਰ ਹੋ ਜਾਊਗਾ। ਜੇ ਆਪਾਂ ਰੈਜ਼ਿਸਟੈਂਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਇਹਦਾ ਗੱਲ ਕਰੀਏ, ਤਾਂ ਰੈਜ਼ਿਸਟੈਂਸ ਆ ਬੱਚੇ ਜਿਹੜਾ, ਉਹ ਕਹਿੰਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਲੈਂਥ ਦੇ। ਮੰਨ ਲਓ ਜਿਵੇਂ ਸਪੋਜ਼ ਕਰੋ ਵੀ ਆ ਇੱਕ ਤੁਹਾਡੇ ਕੋਲੇ ਵਾਇਰ ਹੈ, ਆ ਇੱਕ ਵਾਇਰ ਹੈ, ਮੰਨ ਲਓ ਇਹਦੀ ਲੈਂਥ ਬੱਚੇ ਹੈਗੀ ਹੈ L1, ठीक है। सपोज एक कॉपर की वायर है, ते एक असी वायर होर कंसीडर कर लेने, एक वायर है, ठीक है जी। ये भी वायर कॉपर दी है, इसकी लेंथ हैगी L2। साफ साफ नजर आ रहा है बच्चे L2 इज ग्रेटर देन L1 है। हुण जे मैं तुहानू कहा कि फॉर एग्जांपल तुसी इस फर्स्ट जिहड़ी वायर दे विच लेफ्ट हैंड साइड ते इत्थे खड़े हो, इस पॉइंट ते दिस वन, ते तुसी इत्थों चल के इत्थे पहुंचना है, ठीक है जी। सपोज ये वायर 1 किलोमीटर दी मान लो, चाहे तुसी इहनूं टनल मान लो भी एक टनल है, फिर मैं तुहानू कहा भी तुसी इस टनल दे विचों इस पॉइंट चल के इत्थे तक चलना है, ये है 2 किलोमीटर। तो तुहानू की लगदा कित्थे तुहानू ज्यादा टाइम लगूगा? 1 किलोमीटर च 2 किलोमीटर दे विच? 2 किलोमीटर। डेफिनेटली बिल्कुल सिंपल है ना। ਤਾਂ ਐਜ਼ ਇਟ ਇਜ਼ ਬੱਚੇ ਜਦੋਂ ਇਲੈਕਟ੍ਰੋਨ ਕਦੋਂ, ਦੇਖੋ ਆਪਾਂ ਕਹਿੰਦੇ ਕਰੰਟ ਕਦੋਂ ਫਲੋ ਕਰਦਾ? ਜਦੋਂ ਇਲੈਕਟ੍ਰੋਨ ਫਲੋ ਕਰਦੇ ਆ। ਇਹਦਾ ਮਤਲਬ ਮੈਂ ਕਹਿ ਸਕਦਾ ਹੈ ਕਿ ਜਿਹੜੀ ਆ L ਲੈਂਥ ਵਾਲੀ ਵਾਇਰ ਹੈ, ਇਹਦੇ ਵਿੱਚੋਂ ਬੱਚੇ ਇਲੈਕਟ੍ਰੋਨ ਨੂੰ ਚੱਲ ਕੇ ਆਉਣ ਦੇ ਲਈ ਇੱਥੇ ਪਹੁੰਚਣ ਲਈ ਕੁਝ ਨਾ ਕੁਝ ਟਾਈਮ ਲੱਗੂਗਾ। ਅੱਛਾ, ਫਿਰ ਇੱਥੋਂ ਜਿਹੜਾ ਇਲੈਕਟ੍ਰੋਨ ਚੱਲੂਗਾ ਤਾਂ ਉਹਨੂੰ ਡੈਫੀਨਿਟਲੀ ਕੀ ਹੈ, ਜ਼ਿਆਦਾ ਟਾਈਮ ਲੱਗੂਗਾ ਇਸ ਐਂਡ ਤੱਕ ਪਹੁੰਚਣ ਦੇ ਲਈ। ਦੈਟ ਮੀਨਸ ਇਸ ਵਾਇਰ ਦੇ ਵਿੱਚ ਉਹਨੂੰ ਰੁਕਾਵਟ ਜ਼ਿਆਦਾ ਮਿਲ ਰਹੀ ਹੈ ਐਜ਼ ਕੰਪੇਅਰ ਟੂ L1 ਲੈਂਥ ਵਾਲੀ ਵਾਇਰ ਦੇ ਵਿੱਚ। ਤਾਂ ਬੱਚੇ ਇਸੇ ਕਰਕੇ ਅਸੀਂ ਲਿਖਦੇ ਹਾਂ ਵੀ ਜਿਹੜਾ ਰੈਜ਼ਿਸਟੈਂਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਲੈਂਥ ਦੇ। ਜਿੰਨੀ ਤੁਸੀਂ ਲੈਂਥ ਵਧਾਈ ਜਾਓਗੇ ਉਨਾ ਜ਼ਿਆਦਾ ਰੈਜ਼ਿਸਟੈਂਸ ਕੀ ਹੋਈ ਜਾਏਗਾ? ਇਨਕਰੀਜ਼। ਮਨੀ ਜੀ ਪਲੀਜ਼ ਆਪਣੀ ਸਾਈਡ ਤੋਂ ਮਿਊਟ ਲਗਾ ਕੇ ਰੱਖੋ। ਮਨੀ, ਹਾਂਜੀ। ਤਾਂ ਜਿੰਨਾ ਤੁਸੀਂ ਲੈਂਥ ਨੂੰ ਇਨਕਰੀਜ਼ ਕਰੀ ਜਾਓਗੇ ਉਨਾ ਰੈਜ਼ਿਸਟੈਂਸ ਕੀ ਹੋਈ ਜਾਏਗਾ? ਇਨਕਰੀਜ਼ ਹੋਈ ਜਾਏਗਾ। ਦੂਸਰਾ ਬੱਚੇ ਕੀ ਹੈ, ਜਿਹੜਾ ਰੈਜ਼ਿਸਟੈਂਸ ਹੈ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਏਰੀਆ ਆਫ ਕ੍ਰॉस ਸੈਕਸ਼ਨ। ਹੁਣ ਦੇਖੋ ਜਿਵੇਂ ਮੈਂ ਇੱਕ ਤਾਂ ਇਸੇ ਵਾਇਰ ਦੀ ਗੱਲ ਕਰਦਾ, ਮੰਨ ਲਓ ਇਹਦਾ ਏਰੀਆ ਆਫ ਕ੍ਰॉस ਸੈਕਸ਼ਨ A ਹੈ, ਇੱਕ ਮੰਨ ਲਓ ਤੁਹਾਡੇ ਕੋਲ ਟਨਲ ਹੈ ਕੁਛ ਇਦਾਂ ਦੀ, ਇਹ ਟਨਲ ਦੀ ਵੀ ਲੈਂਥ L1 ਹੀ ਹੈ, ਮਤਲਬ ਜੇ ਉੱਪਰ ਮੈਂ 1 ਕਿਲੋਮੀਟਰ ਲਿਖਿਆ ਤਾਂ ਇਹਦਾ ਮਤਲਬ ਇਹ ਵੀ 1 ਕਿਲੋਮੀਟਰ ਹੈ। ਹੁਣ ਦੱਸੋ ਤੁਸੀਂ ਇੱਥੋਂ ਚੱਲ ਕੇ, ਇੱਕ ਤਾਂ ਦੇਖੋ ਆ ਫਸਟ ਵਾਇਰ, ਇਹਨੂੰ ਮੈਂ ਫਸਟ ਵਾਇਰ ਲਿਖ ਦਿੰਦਾ, ਇਹਨੂੰ ਸੈਕੰਡ ਵਾਇਰ। ਇੱਕ ਤਾਂ ਤੁਸੀਂ ਫਸਟ ਵਾਇਰ ਦੇ ਵਿੱਚੋਂ A ਪੁਆਇੰਟ ਤੋਂ ਚੱਲ ਕੇ B ਪੁਆਇੰਟ ਤੱਕ ਜਾਣਾ ਹੈ, ਇੱਕ ਤੁਸੀਂ ਸੈਕੰਡ ਟਨਲ ਦੇ ਵਿੱਚੋਂ A ਪੁਆਇੰਟ ਤੇ ਚੱਲ ਕੇ B ਪੁਆਇੰਟ ਤੇ ਜਾਣਾ ਹੈ। ਕਿਹਦੇ ਵਿੱਚ ਸੌਖੇ ਤਰੀਕੇ ਨਾਲ ਜਾ ਸਕਦੇ ਹੋ? फर्स्ट वाली टनल या सेकंड वाली चो? फर्स्ट सेकंड वाली चो, क्योंकि देखो एरिया की है ज्यादा, मतलब
ਇੱਥੇ ਤੁਸੀਂ ਬਹੁਤ ਤੇਜ਼ੀ ਨਾਲ ਕੀ ਇਹਦੇ ਵਿੱਚ ਕੀ ਇੱਥੇ ਪਹੁੰਚ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਸਪੇਸ ਬਹੁਤ ਜ਼ਿਆਦਾ ਹੈ। ਇਹਦਾ ਮਤਲਬ ਇਹਦੇ ਵਿੱਚ ਰੁਕਾਵਟ ਘੱਟ ਹੈ। ਇਹਦਾ ਮਤਲਬ ਬੱਚੇ ਜਿੰਨਾ ਏਰੀਆ ਜ਼ਿਆਦਾ ਹੋਊਗਾ ਨਾ, ਜਿੰਨਾ ਏਰੀਆ ਜ਼ਿਆਦਾ ਹੋਊਗਾ ਉਨਾ ਰੈਜ਼ਿਸਟੈਂਸ ਘੱਟ ਹੋਊਗਾ। ਹੁਣ ਦੇਖੋ ਜਿਵੇਂ ਤੁਸੀਂ ਮੋਸਟਲੀ ਸਾਰੇ ਸਟੂਡੈਂਟ ਕੀ ਹੈ ਲੋਕਲ ਹੀ ਹੋ ਹਨਾ, ਜਿਹੜੇ ਕੀ ਪਿੰਡਾਂ ਦੇ ਨੇ ਉਹਨਾਂ ਨੂੰ ਵੀ ਆਪਣੇ ਮਤਲਬ ਇੱਥੇ ਪਤਾ ਵੀ ਇੱਕ ਚੌੜੀ ਗਲੀ ਹੈ ਇੱਕ ਭੀੜੀ ਗਲੀ ਹੈ ਹਨਾ, ਪਤਾ ਨਾ ਸਾਰਿਆਂ ਨੂੰ। ਚੌੜੀ ਗਲੀ ਦੇਖੋ ਦੇ ਵਿੱਚ ਕੀ ਹੈ ਬਾਈਕ ਨੂੰ ਚਲਾਉਣਾ ਹਨਾ, ਜੇ ਕੋਈ ਪਰਸਨ ਬਾਈਕ ਨੂੰ ਫਾਸਟ ਵੀ ਚਲਾਊਗਾ ਤਾਂ ਉਹ ਈਜ਼ੀਲੀ ਚਲਾ ਸਕਦਾ ਹੈ। ਜੇ ਮੈਂ ਉਹੀ ਸਟੂਡੈਂਟ ਨੂੰ ਕਹਾਂ ਯਾਰ ਤੂੰ ਇੰਨੀ ਫਾਸਟ ਬਾਈਕ ਮੈਨੂੰ ਉਹ ਭੀੜੀ ਗਲੀ 'ਚ ਟਪਾ ਕੇ ਦਿਖਾ, ਇੰਪੋਸੀਬਲ ਹੈ। ਤਾਂ ਇਹੀ ਚੀਜ਼ ਲੌਜੀਕ ਇੱਥੇ ਤੁਸੀਂ ਲਗਾ ਸਕਦੇ ਹੋ ਕਿ ਜਦੋਂ ਮਤਲਬ ਰਸਤਾ ਚੌੜਾ ਹੁੰਦਾ ਹੈ, ਮਤਲਬ ਜਦੋਂ ਏਰੀਆ ਕ੍ਰੋਸ ਸੈਕਸ਼ਨ ਜ਼ਿਆਦਾ ਹੁੰਦਾ ਤਾਂ ਇਲੈਕਟ੍ਰੋਨਸ ਬਹੁਤ ਫਾਸਟ ਕੀ ਹੈ ਮੂਵ ਕਰ ਸਕਦੇ ਆ ਕਿਉਂਕਿ ਉਹਨਾਂ ਕੋਲ ਸਪੇਸ ਹੈ, ਕੋਲਿਜ਼ਨਸ ਘੱਟ ਹੋਣਗੀਆਂ। ਜਦੋਂ ਏਰੀਆ ਬਹੁਤ ਘੱਟ ਹੋਊਗਾ ਮਤਲਬ ਵਾਇਰ ਬਹੁਤ ਥਿਨ ਹੋਊਗੀ, ਉਹਦੇ ਵਿੱਚੋਂ ਇਲੈਕਟ੍ਰੋਨਸ ਨੂੰ ਚੱਲਣ ਵਾਸਤੇ ਬਹੁਤ ਸਾਰੀਆਂ ਕੋਲਿਜ਼ਨਸ ਕਰਨੀਆਂ ਪੈਣਗੀਆਂ। ਤਾਂ ਬੱਚੇ ਜਿੰਨੀ ਲੈਂਥ ਵੱਧਦੀ ਹੈ ਉਹਨਾਂ ਰੈਜ਼ਿਸਟੈਂਸ ਕੀ ਹੁੰਦਾ ਹੈ ਇਨਕਰੀਜ਼ ਹੁੰਦਾ ਹੈ, ਤੇ ਜਿੰਨਾ ਏਰੀਆ ਵੱਧਦਾ ਹੈ ਉਹਨਾਂ ਰੈਜ਼ਿਸਟੈਂਸ ਡਾਊਨ ਹੁੰਦਾ ਹੈ। ਤਾਂ ਦੋਨਾਂ ਇਕੁਏਸ਼ਨਸ ਨੂੰ ਮਿਲਾ ਕੇ from 1 and 2 R is directly proportional to ਅਸੀਂ ਲਿਖਦੇ length and inversely proportional to area। ਹੁਣ ਦੇਖੋ ਇਹ ਤਾਂ length ਤੇ area ਚਲੋ ਹੋ ਗਿਆ, ਹੁਣ ਜਿਹੜੀ ਵਾਇਰ ਹੈ ਉਹ ਕਿਸੇ ਨਾ ਕਿਸੇ ਮਟੀਰੀਅਲ ਤੇ ਬਣੀ ਹੋਊਗੀ ਤੇ ਹਰ ਇੱਕ ਮਟੀਰੀਅਲ ਦਾ ਬੱਚੇ ਆਪਣੀ ਆਪਣੀ ਕਨਫੀਗਰੇਸ਼ਨ ਹੈ, ਹਰ ਇੱਕ ਮਟੀਰੀਅਲ ਦੀ ਆਪਣਾ ਆਪਣਾ ਰੈਜ਼ਿਸਟੈਂਸ ਹੈ, ਉਹ ਮਟੀਰੀਅਲ ਟੂ ਮਟੀਰੀਅਲ ਡਿਪੈਂਡ ਕਰਦਾ ਹੈ। ਤਾਂ ਅਸੀਂ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਦੇ ਸਾਈਨ ਨੂੰ ਹਟਾ ਕੇ ਅਸੀਂ ਇੱਥੇ ਕਨਸਟੈਂਟ ਐਡ ਕਰਦੇ ਹਾਂ। This constant is known as resistivity. This constant, this is a constant, is called resistivity. Resistivity. It is a property of material. ध्यान रहे ਇਹ property है material ਦੀ, ਸਿਰਫ ਔਰ ਸਿਰਫ ਉਦੋਂ ਹੀ change ਹੋਏਗੀ ਜਦੋਂ ਮਟੀਰੀਅਲ ਚੇਂਜ ਹੋਏਗਾ। ਇਟ ਇਜ਼ ਅ ਪ੍ਰੋਪਰਟੀ ਆਫ ਮਟੀਰੀਅਲ। ਬਹੁਤ ਸਟੂਡੈਂਟਸ ਇਹਨੂੰ ਲੈ ਕੇ ਕੀ ਹੈ ਗਲਤ ਅਜ਼ੰਪਸ਼ਨਸ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਂਦੇ ਨੇ ਕਿ ਜੇ ਲੈਂਥ ਡਬਲ ਕਰ ਦਈਏ ਜੀ ਤਾਂ ਰੈਜ਼ਿਸਟਿਵਿਟੀ ਡਬਲ ਹੋ ਜਾਊਗੀ, ਏਰੀਆ ਡਬਲ ਕਰ ਦਈਏ ਤਾਂ ਰੈਜ਼ਿਸਟਿਵਿਟੀ ਹਾਫ ਹੋ ਜਾਊਗੀ, ਇਹ ਉਹ ਨਹੀਂ। ਇਟ ਇਜ਼ ਅ ਪ੍ਰੋਪਰਟੀ ਆਫ ਮਟੀਰੀਅਲ। ਦੈਟ ਮੀਨਸ ਜੇ ਕਾਪਰ ਦੀ ਜਗ੍ਹਾ ਤੇ ਤੁਸੀਂ ਕੋਈ ਹੋਰ ਮਟੀਰੀਅਲ ਯੂਜ਼ ਕਰੋਗੇ ਤਾਂ ਉਹਦੀ ਰੈਜ਼ਿਸਟਿਵਿਟੀ ਇੱਕ ਅਲੱਗ ਵੈਲਿਊ ਹੈ। ਤੁਹਾਡੀ ਬੁੱਕ ਦੇ ਵਿੱਚ ਇੱਕ ਟੇਬਲ ਬਣਿਆ ਹੋਇਆ ਹੈ, ਉਹ ਟੇਬਲ ਦੇ ਵਿੱਚ ਕਾਪਰ ਦੀ ਰੈਜ਼ਿਸਟਿਵਿਟੀ ਲਿਖੀ ਹੋਈ ਹੈ, ਸਿਲਵਰ ਦੀ ਰੈਜ਼ਿਸਟਿਵਿਟੀ ਲਿਖੀ ਹੋਈ ਹੈ, ਪਲਾਸਟਿਕ ਦੀ ਰੈਜ਼ਿਸਟਿਵਿਟੀ ਲਿਖੀ ਹੋਈ ਹੈ, ਸੈਮੀਕੰਡਕਟਰ ਕੁਝ ਮਟੀਰੀਅਲਸ ਨੇ ਉਹਨਾਂ ਦੀ ਰੈਜ਼ਿਸਟਿਵਿਟੀ ਲਿਖੀ ਹੋਈ ਹੈ। ਦੈਟ ਮੀਨਸ ਉਹ ਲਿਖੀ ਤਾਂ ਹੀ ਹੈ ਨਾ ਬੱਚੇ ਜੇ ਉਹ ਕਾਂਸਟੈਂਟ ਹੈ, ਜੇ ਉਹ ਵੇਰੀਏਬਲ ਹੁੰਦੀ ਤਾਂ ਉਹ ਫਿਰ ਨਾ ਲਿਖ ਸਕਦੇ। ਦ ਵੈਲਿਊ ਆਫ ਰॉ, ਬਿਲਕੁਲ ਜੀ ਬਿਲਕੁਲ ਬੱਚੇ ਤੁਹਾਨੂੰ ਰੈਜ਼ਿਸਟਿਵਿਟੀ ਦੀ ਜਿਹੜੀ ਵੈਲਿਊ ਹੈ ਉਹ ਤੁਹਾਨੂੰ ਗਿਵਨ ਹੋਏਗੀ, ਜਾਂ ਤੁਸੀਂ ਕੀ ਹੈ फाइंड भी कर सकते हो। मतलब एक दो वैल्यू तुसी याद रख लो। मोस्टली की है सिल्वर दी वैल्यू तुसी एक दा याद कर लियो, सिल्वर दा वैसे सिंबल AG हुंदा है, तुहानू याद हो जाणगे, कोई इन्नी टिपिकल वैल्यूज नहीं है, बुक चो देख लियो। एक कॉपर दी तुसी याद कर लियो, ठीक है जी। ते एक दो इंसुलेटर दी जिहड़ी रेजिस्टिविटी याद कर लियो। ਜਿਹੜੀ ਇਹਨਾਂ ਦੀ ਰੈਜ਼ਿਸਟਿਵਿਟੀ ਨੂੰ 10 ਦੀ ਪਾਵਰ ਮਾਈਨਸ ਹੋਣਗੇ, ਬਹੁਤ ਘੱਟ ਹੁੰਦੀਆਂ ਨੇ। ਮੇਰੇ ਐਗਜ਼ੈਕਟਲੀ ਯਾਦ ਆਈ ਥਿੰਕ 10 ਦੀ ਪਾਵਰ ਮਾਈਨਸ 14 ਸਮਥਿੰਗ ਕੁਝ ਹੁੰਦਾ ਹੈ। ਜਿਹੜੇ ਇਨਸੂਲੇਟਰ ਨੇ ਉਹਨਾਂ ਦੀ ਰੈਜ਼ਿਸਟਿਵਿਟੀ 10 ਦੀ ਪਾਵਰ ਪੋਜ਼ਿਟਿਵ ਹੋਊਗੀ, ਮਤਲਬ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ ਜੀ। ਆਪਾਂ ਗੱਲ ਵੀ ਕਰਾਂਗੇ ਵੀ ਰੈਜ਼ਿਸਟਿਵਿਟੀ ਕੀ ਹੁੰਦੀ ਹੈ, ਠੀਕ ਹੈ ਜੀ। ਤਾਂ ਦਿਸ ਇਜ਼ ਦਾ ਐਕਸਪ੍ਰੈਸ਼ਨ ਫॉर ਰੈਜ਼ਿਸਟੈਂਸ। ਇਹਦੇ ਵਿੱਚ ਯੂਨਿਟ ਕੀ ਹੋਣਗੇ, ਯੂਨਿਟ ਹੁੰਦੇ ਨੇ ਓਮ। ਸਿੰਬਲ ਕੀ ਇਹਦਾ, ਓਮ ਇਜ਼ ਦਾ ਐਸਆਈ ਯੂਨਿਟ ਆਫ ਰੈਜ਼ਿਸਟੈਂਸ। ਹੁਣ ਬੱਚੇ ਇਹਦੇ ਨਾਲ ਦੇ ਨਾ ਕਈ ਕੁਐਸਚਨਸ ਆਉਂਦੇ ਆ। ਇੱਕ ਚੀਜ਼ ਸਮਝੋ, ਜਿੰਨੀਆਂ ਵੀ ਬੱਚੇ ਸਾਡੇ ਕੋਲ ਜਿਹੜੀਆਂ ਵਾਇਰਸ ਹੁੰਦੀਆਂ ਨੇ ਉਹ ਸਿਲੰਡਰੀਕਲ ਹੁੰਦੀਆਂ ਨੇ। ਮਤਲਬ ਜੇ ਥੋੜਾ ਜਿਹਾ ਉਹਨੂੰ ਆਪਾਂ ਥਿਕ ਕਰਕੇ ਦਿਖਾਈਏ, ਵਾਇਰ ਕੁਛ ਇਦਾਂ ਦੀ ਹੋਏਗੀ ਤੇ ਇਹ ਕੀ ਇੱਕ ਸਿਲੰਡਰ ਹੈ। ਤੁਸੀਂ ਮੈਥਮੈਟਿਕਸ ਦੇ ਬਾਅਦ ਵਿੱਚ ਪੜ੍ਹਦੇ ਹੋ ਨਾ, ਸਿਲੰਡਰ ਇਦਾਂ ਬਣਾਉਂਦੇ ਨੇ। ਬਸ ਇਹ ਕੀ ਹੈ, ਹੌਰੀਜ਼ੌਂਟਲੀ ਰੱਖਿਆ ਹੋਇਆ ਹੈ, ਜਿਹੜਾ ਤੁਸੀਂ ਪੜ੍ਹਦੇ ਹੋ ਵਰਟੀਕਲੀ ਹੁੰਦਾ ਹੈ। ਤਾਂ ਤੁਸੀਂ ਕਹਿੰਦੇ ਵੀ ਹੌਰੀਜ਼ੌਂਟਲ ਦੀ ਜਿਹੜੀ ਹਾਈਟ ਆ ਉਹ h ਹੈ, ਮਤਲਬ ਸਿਲੰਡਰ ਦੀ ਹਾਈਟ h ਹੈ। ਤਾਂ ਅਸੀਂ ਬੱਚੇ ਕੁਝ ਨਹੀਂ, ਅਸੀਂ ਇਹਨੂੰ ਲੈਂਥ l ਕੰਸੀਡਰ ਕਰਿਆ ਕਰਾਂਗੇ। ਤੁਸੀਂ ਕਹਿੰਦੇ ਜਿਹੜਾ ਇਹਦਾ r ਰੇਡੀਅਸ ਹੁੰਦਾ ਹੈ ਤੇ ਇਹਦਾ ਜਿਹੜਾ ਏਰੀਆ ਆਫ ਕ੍ਰਾਸ ਸੈਕਸ਼ਨ ਹੁੰਦਾ ਉਹ ਪਾਈ r ਸਕੁਅਰ ਹੁੰਦਾ ਹੈ, ਹਨਾ। ਤਾਂ ਤੁਸੀਂ ਵੋਲਿਊਮ ਕੀ ਕਹਿੰਦੇ ਹੋ, ਵੋਲਿਊਮ ਦੇ ਨਾਮ ਸਿਲੰਡਰ ਦਾ ਪਾਈ r ਸਕੁਅਰ h ਹੁੰਦਾ ਨਾ। ਤਾਂ ਪਾਈ r ਸਕੁਅਰ ਕੀ ਹੈ, ਏਰੀਆ। h ਦੀ ਜਗ੍ਹਾ ਤੇ ਅਸੀਂ ਕੀ ਲਿਖਿਆ, l। ਤਾਂ ਬੱਚੇ ਜਿਹੜਾ ਵੋਲਿਊਮ ਹੈ ਸਾਡਾ, ਅਸੀਂ ਵੋਲਿਊਮ ਦਾ ਫਾਰਮੂਲਾ ਵੋਲਿਊਮ ਇਜ਼ ਇਕੁਅਲ ਟੂ a ਇਨਟੂ ਲੈਂਥ ਲਿਖਿਆ ਕਰਾਂਗੇ। ਹਮੇਸ਼ਾ ਧਿਆਨ ਰਹੇ ਜਿਹੜਾ ਵੋਲਿਊਮ ਹੈ ਬੱਚੇ ਉਹ ਕਾਂਸਟੈਂਟ ਰਹਿੰਦਾ ਇੱਕ ਵਾਇਰ ਦਾ। ਜੇ ਤੁਸੀਂ ਉਹਨੂੰ ਚਾਹੇ ਸਟ੍ਰੈਚ ਕਰ ਦੋ,
स्ट्रैच कर दो चाहे तुसी इहनूं कंप्रेस कर दो, वॉल्यूम रिमेन्स कांस्टेंट। मतलब की है देखो अगर एक वायर सी ना, मान लो इस वायर नूं मैं खिंचता है, तुसी दिमाग दे विच इमेजिनेशन बनाओ भी एक तुहाडे कोले की है थिक वायर सी, ਉਹਨੂੰ ਤੁਸੀਂ पूरा जोर ला के खिंचदा तो वायर पतली हो जाऊगी, लेंथ बढ़ जाऊगी। वायर पतली होगी मतलब एरिया घट गया, लेंथ बढ़ गई। तो बच्चे जे मान लो मैं तुहानूं कहा इस वायर नूं तुसी 2 टाइम्स की है स्ट्रेच करता, 2 टाइम्स की करता स्ट्रेच करता, तो बच्चे ये वायर पतली हो जाऊगी। देखो पहला लेंथ कितनी सी L, मतलब हुणे दी लेंथ मैं कितनी करती 2L करती। तो बच्चे डेफिनेटली जेड़ा एदा एरिया है न्यू एरिया वो A/2 रह जाऊगा। क्यों देखो इस जेड़ा आ नंबर 1 कंडक्टर सीगा इहदा वॉल्यूम कितना सी AN, सेकंड दा हुण आपां चेक कर रहे हैं वॉल्यूम कितना है। देखो एरिया कितना दैट इज A/2 ते लेंथ कितनी है दैट इज 2 है। देखो 2 ना 2 की हो गया कैंसिल, तो मतलब वॉल्यूम हजे भी कांस्टेंट है। ताही मैं बोल रहा वॉल्यूम रिमेन्स कांस्टेंट अगर किसी ਨੂੰ स्ट्रेच करो चाहे कंप्रेस करो। अच्छा अगर मैं हुण तुहानूं कहा भी मैं इस लेंथ ਨੂੰ 3 टाइम्स इंक्रीज करता, ਇਹਦਾ मतलब लेंथ होगी बच्चे 3L, एरिया कितना हो जाएगा A/3, 3 ना 3 कैंसिल हो जाएगा AL फिर होगा। मान लो मैं कहता 4 टाइम्स इंक्रीज करता, मतलब L कितनी होगी 4L, एरिया कितना हो जाएगा A/4, 4 ना 4 कैंसिल हो जाएगा, वॉल्यूम रिमेन्स फिर कांस्टेंट हो जाएगा। ठीक है जी। तो ਇਹਦੇ ਨਾਲ ਦਾ ਸਾਨੂੰ ਕੀ क्वेश्चन ਕੀ ਆ ਸਕਦਾ है, बड़ा सिंपल क्वेश्चन, सिद्धा डायरेक्ट आंसर भी लिखना ਤੁਹਾਨੂੰ मैं सिखा देना ਇਹਦਾ। आ देखो मान लो तुहानूं कहता भी एक तुहाडे कोले वायर है, आ तुहाडे कोले एक वायर है, चलो मैं सीधी इवें वायर बना सिलेंडरिकल ही है, ठीक है ध्यान रखियो ज़्यादा टाइम नहीं लाउंगा मैं। मान लो ਇਹਦੀ लेंथ हैगी तुहानूं कहता भी L, ठीक है जी, ते ਇਹਦਾ ਜਿਹੜਾ एरिया सपोज हैगा A, ਇਹਦਾ एरिया हैगा A, ਤੇ ਇਹਦੀ जे बच्चे रेजिस्टिविटी है रो, सपोज ਇਹ कॉपर ਦਾ कॉपर ਦੀ वायर है, ਤਾਂ मैं कहा भी ਇਹਦਾ रेजिस्टेंस कितना होगा दैट इज रो L/A। ਤੁਸੀਂ ਕਹੇ ਜੀ ठीक है बिल्कुल सही है। फिर मैं कंडीशन देती भी इस वायर ਨੂੰ ਤੁਸੀਂ ਕੀ ਹੈ स्ट्रेच करता, स्ट्रेच करके ਇਹਦੀ ਜਿਹੜੀ ਨਵੀਂ ਲੈਂਥ ਆ ਤੁਸੀਂ 2L ਕਰਤੀ, ਤਾਂ ਤੁਹਾਡੇ ਦਿਮਾਗ 'ਚ ਨਾਲ ਦੀ ਨਾਲ ਆਉਣਾ ਚਾਹੀਦਾ ਵੀ ਸਰ ਨੇ ਆਖਿਆ ਸੀ ਵੀ ਇਹਦਾ ਏਰੀਆ ਫਿਰ ਇਹਦਾ ਮਤਲਬ ਕਿੰਨਾ ਰਹਿ ਜਾਊਗਾ A/2। अच्छा देखो मटीरियल तो वही है ना, मटीरियल तो कॉपर ही है, ਇਹਦਾ रेजिस्टिविटी तो चेंज नहीं हुई सेम है। ਇਹਦਾ मतलब नवा रेजिस्टेंस ਜਿਹੜਾ R1 है रेजिस्टिविटी रो, लेंथ कितनी होगी 2L, एरिया कितना हो गया A/2, 2 ऊपर जाके की हो जाएगा मल्टीप्लाई, तो बच्चे R1 इज इक्वल टू की आ गया 4 रो L/A। तो रो L/A की है साडा ओल्ड रेजिस्टेंस, ਇਹਦਾ मतलब बच्चे नवा रेजिस्टेंस है ना वो 4 टाइम्स इंक्रीज हो गया। शॉर्टकट दसदा है, शॉर्टकट दसा समझ लग गया है? Yes, sir. हाँ शॉर्टकट सुनो, शॉर्टकट भी है ਇਹਦਾ, ਜਦੋਂ ਵੀ ਤੁਸੀਂ ਬੱਚੇ ਨਿਊ ਰੈਜ਼ਿਸਟੈਂਸ ਕੈਲਕੂਲੇਟ ਕਰਨਾ ਹੋਵੇ, ਤੁਹਾਨੂੰ ਇਹ ਦਿੱਤਾ ਹੋਵੇ ਵੀ ਸਟ੍ਰੈਚ ਕੀਤੀ ਹੋਈ ਵਾਇਰ ਹੈ, ਤਾਂ ਤੁਸੀਂ ਕੀ ਕਰਨਾ ਹੈ ਉਹਨੂੰ n ਸਕੁਅਰ ਆਫ r ओल्ड ਕਰ ਦਿਓ ਬਸ। n ਕੀ ਹੈ, n ਹੈਗਾ ਬੱਚੇ ਕਿੰਨੇ ਟਾਈਮਸ ਤੁਸੀਂ ਮਟੀਰੀਅਲ ਨੂੰ ਵਾਇਰ ਨੂੰ ਸਟ੍ਰੈਚ ਕਰਦੇ ਹੋ, ਕਿੰਨੇ ਟਾਈਮਸ ਤੁਸੀਂ ਸਟ੍ਰੈਚ ਕਰਦੇ ਹੋ। ਜਿਵੇਂ ਦੇਖੋ ਤੁਹਾਨੂੰ ਮੈਂ ਇਸ ਕੁਐਸਚਨ ਦੇ ਵਿੱਚ ਕੀ ਕਿਹਾ ਸੀ ਵੀ ਲੈਂਥ ਨੂੰ ਡਬਲ ਕਰ ਦਿਓ, मतलब 2 टाइम्स ਤੁਸੀਂ ਸਟ੍ਰੈਚ ਕਰ ਰਹੇ ਹੋ। ਇਹਨੂੰ ਜੇ ਤੁਸੀਂ n ਦੀ ਵੈਲਿਊ ਇੱਥੇ 2 ਪੁੱਟ ਕਰੋ ਤਾਂ ਆਨਸਰ ਚੈੱਕ ਕਰੋ ਕਿੰਨਾ ਆਊਗਾ 4, ਸਿੰਪਲ। ਅਗਰ ਮੈਂ ਤੁਹਾਨੂੰ ਕਹਾ n ਨੂੰ ਤੁਸੀਂ 3 टाइम्स ਕੀ ਕਰ ਰਹੇ ਹੋ, ਤਾਂ ਮਤਲਬ ਵਾਇਰ ਨੂੰ ਤੁਸੀਂ 3 टाइम्स ਕੀ ਕਰ ਰਹੇ ਹੋ ਸਟ੍ਰੈਚ ਕਰ ਰਹੇ ਹੋ, मतलब n ਦੀ ਵੈਲਿਊ ਕਿੰਨੀ ਹੈ 3, ਤਾਂ ਮੈਨੂੰ ਦੱਸੋਗੇ ਨਵਾਂ ਰੈਜ਼ਿਸਟੈਂਸ ਕਿੰਨੇ ਟਾਈਮਸ ਹੋ ਜਾਊਗਾ 9। अगर मैं ਤੁਹਾਨੂੰ ਬੱਚੇ ਬਿਲਕੁਲ ਦੇਖੋ ਸਿੱਧਾ ਡਾਇਰੈਕਟ ਆਨਸਰ ਨੇ, ਅਗਰ ਮੈਂ ਤੁਹਾਨੂੰ ਕਹਾ ਕਿਸੇ ਵਾਇਰ ਨੂੰ ਤੁਸੀਂ 5 टाइम्स ਸਟ੍ਰੈਚ ਕਰਤਾ ਫਿਰ आंसर कितना होगा नवा रेजिस्टेंस 25। अच्छा एक ਇਹਦੇ ਵਿੱਚ ਬੱਚੇ ਗੜਬੜ ਕਰ ਦਿੰਦੇ ਨੇ। ਹਾਂਜੀ ਹਾਂਜੀ ਬਿਲਕੁਲ, ਕਈ ਵਾਰ ਨਾ ਤੁਹਾਨੂੰ ਕਹਿ ਦੇਣਗੇ ਵੀ ਜਿਵੇਂ ਇੱਕ ਵਾਇਰ ਹੈ, ਠੀਕ ਹੈ, ਉਹ ਵਾਇਰ ਦੀ ਲੈਂਥ L ਹੈ ਤੇ ਉਸ ਵਾਇਰ ਨੂੰ ਤੁਸੀਂ ਕੰਪਰੈਸ ਕਰਤਾ। ਜਦੋਂ ਬੱਚੇ ਕੰਪਰੈਸ ਕਰਨ ਵਾਸਤੇ ਕਹਿੰਦਾ ਮੰਨ ਲਓ ਉਹਨੂੰ ਕੰਪਰੈਸ ਕਰਕੇ ਕਹਿਣਗੇ L/2 ਕਰਤਾ, ਤਾਂ ਜਿਹੜਾ ਇਹਦਾ ਏਰੀਆ ਇਹ ਸੀ ਤਾਂ ਏਰੀਆ ਕੀ ਹੋ ਜਾਊਗਾ ਡਬਲ ਹੋ ਜਾਊਗਾ। ਤਾਂ ਜਦੋਂ ਵੀ ਤੁਹਾਨੂੰ ਐਵੇਂ ਲੈਂਥ ਘਟਾਉਣ ਵਾਸਤੇ ਕਹਿਣਾ ਤਾਂ ਤੁਸੀਂ ਫਿਰ ਫਾਰਮੂਲੇ ਵਿੱਚ ਥੋੜਾ ਚੇਂਜ ਕਰ ਦਿਓ, r new is equal to 1/n ਆ ਜਾਊਗਾ ਬਸ ਇੱਥੇ। ਜੇ ਤਾਂ ਇਨਕਰੀਜ਼ ਵਾਸਤੇ ਕਿਹਾ ਫਿਰ ਤਾਂ n ਸਕੁਅਰ, ਜੇ ਡਿਕਰੀਜ਼ ਵਾਸਤੇ ਕਿਹਾ ਤਾਂ 1/n। ਤੇ ਇੱਥੇ ਬੱਚੇ ਕੀ ਆ ਜਾਊਗਾ r new is equal to ਕਿੰਨੇ ਟਾਈਮਸ ਡਿਕਰੀਜ਼ ਕੀਤਾ 1/2 ਟਾਈਮਸ, ਇਹਦਾ मतलब 1/2 ਦਾ ਸਕੁਅਰ ਕੀ ਹੋ ਗਿਆ ਇਨਟੂ r old, मतलब ਕੀ ਹੋ ਗਿਆ ਜਿਹੜਾ r old ਦੇ ਨਾਲੋਂ 4 टाइम्स ਰੈਜ਼ਿਸਟੈਂਸ ਨਵਾਂ ਘਟ ਜਾਊਗਾ। ऐदा भी कर सकते हो, मैं दूजा तरीका भी दस सकता। आ देखो जिहड़ी वायर की लेंथ L सी, एरिया कितना सी A, जो बच्चे इहनूं असीं कंप्रेस किया तो इहदी लेंथ रहेगी हाफ होगी, तो बच्चे जिहड़ा इहदा नवा एरिया है लेंथ कितनी हाफ रहेगी, नवा जिहड़ा एरिया होगा वो ट्वाइस हो जाऊगा। देखो मल्टीप्लाई करके देख रहा करो, वॉल्यूम सेम रहना चाहिए,
ਇਹਦਾ ਮਤਲਬ ਹੈ ਜੀ ਨਵਾਂ ਰੈਜ਼ਿਸਟੈਂਸ R1 is equal to resistivity rho, length ਕਿੰਨੀ ਹੈ L/2, ਏਰੀਆ ਕਿੰਨਾ ਹੈ 2a, ਇਹਦਾ ਮਤਲਬ R1 is equal to ਕੀ ਆ ਗਿਆ ਬੱਚੇ 1/4 of rho L upon A, rho L upon A ਕੀ ਹੁੰਦਾ ਸਾਡਾ ਪ੍ਰੀਵੀਅਸ ਰੈਜ਼ਿਸਟੈਂਸ, ਮਤਲਬ R1 is equal to 1/4 of R, ਦੇਖੋ ਸੇਮ ਹੀ ਆ ਰਿਹਾ। नेक्स्ट है बच्चे रेजिस्टिविटी, टाइम अपने को 2 मिनट रह गया, फटाफट मैंने करवा देना है। रेजिस्टिविटी जहां इन्हों बोलते हैं स्पेसिफिक रेजिस्टेंस, स्पेसिफिक रेजिस्टेंस, स्पेसिफिक मतलब पर्टिकुलर रेजिस्टेंस, पर्टिकुलर किदा 1 मीटर लेंथ दा। देखो R इज इक्वल टू की हुंदा रो L बाय A, ठीक है जी। ਤਾਂ ਇੱਥੋਂ ਬੱਚੇ ਤੁਸੀਂ ਕੀ ਹੈ, ਜੇ ਮੈਂ ਕਹਾਂ ਵੀ ਲੈਂਥ ਤੁਸੀਂ ਵਾਇਰ ਦੀ 1 ਮੀਟਰ ਕਰ ਦੋ, ਏਰੀਆ ਕਿੰਨਾ ਕਰ ਦੋ 1 ਮੀਟਰ ਸਕੁਅਰ, ਤਾਂ ਉਸ ਟਾਈਮ ਤੇ ਜਿਹੜਾ ਰੈਜ਼ਿਸਟੈਂਸ ਹੋਊਗਾ ਵਾਇਰ ਦਾ ਉਹ ਉਸ ਰੈਜ਼ਿਸਟਿਵਿਟੀ ਦੇ ਬਰਾਬਰ ਆਊਗਾ, ਮਤਲਬ ਉਸ ਟਾਈਮ ਤੇ ਰੈਜ਼ਿਸਟਿਵਿਟੀ ਨੂੰ ਅਸੀਂ ਕੀ ਬੋਲਾਂਗੇ ਰੈਜ਼ਿਸਟੈਂਸ। ਹਮੇਸ਼ਾ ਬੱਚੇ ਅਸੀਂ ਜਿਹੜੀ ਰੈਜ਼ਿਸਟਿਵਿਟੀ ਦੇਖਦੇ ਆ ਨਾ ਉਹ 1 ਮੀਟਰ ਲੈਂਥ ਤੇ 1 ਮੀਟਰ ਸਕੁਅਰ ਦੀ ਦੇਖਦੇ ਆ। ਹੁਣ ਬੱਚੇ ਇੱਥੇ ਕੀ ਕਰਦੇ ਆ, ਬੱਚੇ ਕਹਿੰਗੇ ਰੋ is equal to ਸਰ ਐਵੇਂ ਵੀ ਹੁੰਦਾ ਨਾ R into A, ਅਦਰ ਮਲਟੀਪਲਾਈ ਕਰ ਦਾਂਗੇ upon L, ਉਹ ਕਹਿਣਗੇ ਜੇ ਅਸੀਂ ਜੀ ਏਰੀਆ ਡਬਲ ਕਰ ਦਈਏ ਤਾਂ ਰੈਜ਼ਿਸਟਿਵਿਟੀ ਡਬਲ ਹੋ ਜੂਗੀ, ਆਨਸਰ ਹੈ नो, नहीं कर सकते। ਰੈਜ਼ਿਸਟਿਵਿਟੀ ਦੀ ਡੈਫੀਨੇਸ਼ਨ ਹੀ ਕੀ ਹੈ ਕਿ ਰੈਜ਼ਿਸਟਿਵਿਟੀ ਇੱਕ ਉਹ ਰੈਜ਼ਿਸਟੈਂਸ ਹੈ ਜਦੋਂ ਵਾਇਰ ਦੀ ਲੈਂਥ 1 ਮੀਟਰ ਹੋਏਗੀ ਤੇ ਏਰੀਆ 1 ਮੀਟਰ ਸਕੁਅਰ ਹੋਏਗਾ। ਮਤਲਬ ਡੈਫੀਨੇਸ਼ਨ ਕੀ ਹੈ, it is the value of specific, it is that value of specific resistance, that value of specific resistance whose length is 1 meter and area is 1 meter square। ਤੇ ਮੈਂ ਲਾਸਟ ਟਾਈਮ ਹੀ ਤੁਹਾਨੂੰ ਦੱਸਿਆ ਸੀ, it is a property of material, it does not depends upon the dimensions of the conductor, length area ਦੇ ਚੇਂਜ ਹੋਣ ਦੇ ਨਾਲ ਚੇਂਜ ਨਹੀਂ ਹੋਏਗੀ, ਸਿਰਫ ਔਰ ਸਿਰਫ ਕਦੋਂ ਚੇਂਜ ਹੋ ਸਕਦੀ ਹੈ ਜਦ ਟੈਂਪਰੇਚਰ ਚੇਂਜ ਹੋਵੇ ਜਾਂ ਮਟੀਰੀਅਲ ਚੇਂਜ ਹੋਵੇ। ਠੀਕ ਹੈ ਜੀ, ਓਕੇ ਬਾਏ, ਟਾਈਮ ਗਿਆ ਜੀ, ਟੇਕ ਕੇਅਰ। Thank you, sir. Thank you, sir. ਓਕੇ ਬਾਏ ਬਾਏ, ਟੇਕ ਕੇਅਰ। थैंक यू सर।